ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਦਾ ਭਾਗ 3 ਪੰਜਾਬ ਦਾ ਰਾਜਤੰਤਰ ਤੇ ਸਾਮਰਾਜ। ਕਾਂਡ 11 ਪੰਜਾਬ ਦਾ ਮਹਾਰਾਜਾ। ਲਾਹੌਰ ਦਾ ਰਸਤਾ। ਜਿਉਂ ਹੀ ਸ਼ਾਹ ਜ਼ਮਾਨ ਦੀ ਅਫਗਾਨਿਸਤਾਨ ਨੂੰ ਚਲੇ ਜਾਣ ਦੀ ਖਬਰ ਅੰਮ੍ਰਿਤਸਰ ਵਿੱਚ ਸਿੱਖ ਸਰਦਾਰਾਂ ਨੂੰ ਮਿਲੀ, ਉਹ ਆਪਣਾ ਡੇਰਾ ਛੱਡ ਕੇ ਕਾਹਲੀ ਕਾਹਲੀ ਆਪਣੀਆਂ ਮਿਲਖਾਂ ਤੇ ਇਲਾਕਿਆਂ 'ਤੇ ਅਧਿਕਾਰ ਕਰਨ ਲਈ ਚਲੇ ਗਏ। ਰਣਜੀਤ ਸਿੰਘ ਨੇ ਤੇਜ਼ੀ ਨਾਲ ਗੁਜਰਾਂਵਾਲੇ 'ਤੇ ਕਬਜ਼ਾ ਕਰ ਲਿਆ ਅਤੇ ਅਫਗਾਨਾਂ ਦਾ ਪਿੱਛਾ ਕਰਨ ਲਈ ਚੱਲ ਪਿਆ। ਉਹ ਉਹਨਾਂ ਭੱਜੇ ਜਾਂਦਿਆਂ ਨਾਲ ਅਟਕ ਤੱਕ ਲੜਦਾ ਰਿਹਾ। ਭਾਰਤ ਦੇ ਲੋਕਾਂ ਨੇ ਪੰਜਾਬ ਦੇ ਆਕਾਸ਼ ਉੱਪਰ ਚੜ੍ਹੇ ਨਵੇਂ ਸਿਤਾਰੇ ਦੀ ਖਬਰ ਸੁਣੀ। ਕਾਲਿੰਸ ਨੇ, ਜੋ ਮੁਗਲ ਦਰਬਾਰ ਵਿੱਚ ਅੰਗਰੇਜ਼ਾਂ ਦਾ ਪ੍ਰਤੀਨਿਧ ਸੀ, ਲਿਖਿਆ, ਇਸ ਵੇਲੇ ਸਰਦਾਰ ਨੂੰ ਸਾਰੇ ਹਿੰਦੁਸਤਾਨ ਵਿੱਚ ਸਿੱਖ ਕੌਮ ਦਾ ਰੱਖਿਅਕ ਮੰਨਿਆ ਜਾਂਦਾ ਹੈ, ਕਿਉਂਕਿ ਇਹ ਆਮ ਹੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹਦੇ ਹੌਸਲੇ ਅਤੇ ਸ਼ਾਨਦਾਰ ਅਗਵਾਈ ਤੋਂ ਬਿਨਾਂ ਸਾਰਾ ਪੰਜਾਬ ਕਦੋਂ ਦਾ ਇੱਕ ਮਾਰੂਥਲ ਬਣ ਗਿਆ ਹੁੰਦਾ, ਕਿਉਂਕਿ ਉੱਤਰ ਵੱਲੋਂ ਆਉਂਦੇ ਇਹ ਜੰਗਲੀ ਦਰਿੰਦੇ ਯਾਨੀ ਅਫਗਾਨ ਸ਼ੇਖੀ ਮਾਰਦੇ ਹਨ ਕਿ ਜਿਸ ਥਾਂ ਵਿੱਚੋਂ ਦੀ ਉਹਨਾਂ ਦੇ ਘੋੜੇ ਲੰਘਦੇ ਹਨ ਉੱਥੇ ਘਾਹ ਨਹੀਂ ਉੱਗਦੀ। ਜਦੋਂ ਰਣਜੀਤ ਸਿੰਘ ਅਫਗਾਨਾਂ ਦਾ ਪਿੱਛਾ ਕਰ ਰਿਹਾ ਸੀ ਤਾਂ ਲਾਹੌਰ ਉੱਪਰ 3 ਸਰਦਾਰਾਂ ਨੇ ਮੁੜ ਕੇ ਆਪਣਾ ਅਧਿਕਾਰ ਕਾਇਮ ਕਰ ਲਿਆ, ਜਿਨ੍ਹਾਂ ਦਿਨ ਇਹ ਅਫਗਾਨ ਹਮਲੇ ਤੋਂ ਪਹਿਲਾਂ ਸੀ। ਰਣਜੀਤ ਸਿੰਘ ਦੇ ਦਰਬਾਰੀ ਜੇਮਨੀ ਲੇਖਕ ਸੋਹਣ ਲਾਲ ਨੇ ਲਿਖਿਆ ਸੀ, ਸਰਦਾਰ ਚਰਿੱਤਰਹੀਣ ਸਨ ਜੋ ਨਿਰੰਤਰ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਲਾਹੌਰ ਦੇ ਲੋਕ ਬਹੁਤ ਜ਼ਿਆਦਾ ਸਤਾਏ ਹੋਣ ਕਰਕੇ ਆਪਣੀਆਂ ਚੀਖਾਂ ਪੁਕਾਰਾਂ ਨਾਲ ਆਕਾਸ਼ ਤੀਕ ਗੂੰਜਾਂ ਪਾ ਰਹੇ ਸਨ। ਪਤਵੰਤੇ ਸ਼ਹਿਰੀਆਂ ਨੇ ਰਣਜੀਤ ਸਿੰਘ ਨੂੰ ਗੁਪਤ ਤੌਰ 'ਤੇ ਆਉਣ ਲਈ ਸੱਦ ਘੱਲਿਆ ਅਤੇ ਸ਼ਹਿਰ 'ਤੇ ਅਧਿਕਾਰ ਕਰਨ ਲਈ ਆਖਿਆ। ਰਣਜੀਤ ਸਿੰਘ ਨੇ ਪੇਸ਼ਕਸ਼ ਪ੍ਰਵਾਨ ਕਰ ਲਈ। ਉਹਦੀਆਂ ਤੇ ਉਹਦੀ ਸਸਤੀਆਂ ਫੌਜਾਂ ਨੇ ਰਾਤ ਸਮੇਂ, ਜਦੋਂ ਲੋਕ ਮੁਹੱਰਮ ਦਾ ਤਿਉਹਾਰ ਵੇਖ ਰਹੇ ਸਨ, ਸ਼ਹਿਰ ਨੂੰ ਘੇਰਾ ਪਾ ਲਿਆ। ਸ਼ਹਿਰ ਦਾ ਮੁਹਾਸਿਰਾ 3 ਸਰਦਾਰਾਂ ਦੇ ਸ਼ਹਿਰ ਦੀ ਰੱਖਿਆ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ। ਜਦੋਂ ਕੰਧ ਵਿੱਚ ਪਹਿਲਾ ਪਾੜ ਪੈ ਗਿਆ ਤਾਂ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਰਣਜੀਤ ਸਿੰਘ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਜਿਹੜਾ ਪਹਿਲਾ ਜਨਤਕ ਕੰਮ ਕੀਤਾ ਉਹ ਬਾਦਸ਼ਾਹੀ ਮਸੀਤ ਯਾਨੀ ਮਸਜਿਦ ਵਿੱਚ ਜਾ ਕੇ ਸਤਿਕਾਰ ਭੇਟ ਕਰਨਾ ਸੀ। ਉਸ ਤੋਂ ਮਗਰੋਂ ਉਹ ਵਜ਼ੀਰ ਖਾਂ ਦੀ ਮਸੀਤ ਵਿੱਚ ਪਹੁੰਚਿਆ, ਜਿਸ ਵਿੱਚ ਸ਼ਹਿਰ ਦੇ ਵਧੇਰੇ ਲੋਕ ਨਮਾਜ਼ ਲਈ ਆਉਂਦੇ ਸਨ। 7 ਜੁਲਾਈ 1799 ਨੂੰ ਕਿਲ੍ਹੇ ਦੇ ਵੱਡੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ ਇਸ ਦੇ 18 ਸਾਲਾ ਵਜਈ ਦਾ ਤੋਪਾਂ ਦੀ ਸਲਾਮੀ ਨਾਲ ਕਿਲ੍ਹੇ ਵਿੱਚ ਦਾਖਲ ਹੋਣ 'ਤੇ ਸਵਾਗਤ ਕੀਤਾ ਗਿਆ। ਸ਼ਾਹ ਜ਼ਮਾਨ ਨੇ, ਜੋ ਅਜੇ ਵੀ ਹਿੰਦੁਸਤਾਨ 'ਤੇ ਸਾਮਰਾਜ ਕਾਇਮ ਕਰਨ ਦੇ ਸੁਪਨੇ ਲੈ ਰਿਹਾ ਸੀ, ਰਣਜੀਤ ਸਿੰਘ ਨੂੰ ਕੀਮਤੀ ਪੁਸ਼ਾਕੇ ਅਤੇ ਘੋੜਿਆਂ ਦੇ ਤੋਹਫੇ ਭੇਜ ਕੇ ਆਪਸੀ ਗੱਲਬਾਤ ਦੇ ਸੰਕੇਤ ਦਿੱਤੇ। ਰਣਜੀਤ ਸਿੰਘ ਨੇ ਅਫਗਾਨਾਂ ਵੱਲੋਂ ਵਧਾਇਆ ਹੋਇਆ ਦੋਸਤੀ ਦਾ ਹੱਥ ਪ੍ਰਵਾਨ ਕਰ ਲਿਆ। ਜਿਹੜੇ ਤੋਹਫੇ ਉਸਨੇ ਬਦਲੇ ਵਿੱਚ ਜ਼ਮਾਨ ਨੂੰ ਭੇਜੇ, ਉਹਨਾਂ ਵਿੱਚ ਉਹਦੀਆਂ ਉਹ ਤੋਪਾਂ ਵੀ ਸਨ ਜੋ ਕਾਹਲੀ ਕਾਹਲੀ ਪੰਜਾਬ ਦੇ ਦਰਿਆ ਪਾਰ ਕਰਨ ਸਮੇਂ ਡੁੱਬ ਗਈਆਂ ਸਨ। ਲਾਹੌਰ 'ਤੇ ਅਧਿਕਾਰ ਕਰਨ ਮਗਰੋਂ ਭੰਗੀ, ਰਾਮਗੜੀਆਂ ਅਤੇ ਕੁਝ ਹੋਰ ਮੁਖੀ ਜੋ ਰਣਜੀਤ ਸਿੰਘ ਨਾਲ ਈਰਖਾ ਕਰਦੇ ਸਨ, ਉਸ ਦੀ ਸ਼ਕਤੀ ਕੁਚਲਣ ਲਈ ਇਕੱਠੇ ਹੋ ਗਏ। ਉਹ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਅਤੇ ਕਸੂਰ ਦੇ ਨਿਜ਼ਾਮੁਦੀਨ ਦੀ ਉਕਸਾਹਟ 'ਤੇ ਆਪਣੀਆਂ ਫੌਜਾਂ ਲੈ ਕੇ ਲਾਹੌਰ ਵੱਲ ਵਧੇ। ਰਣਜੀਤ ਸਿੰਘ ਲਾਹੌਰ ਤੋਂ 10 ਮੀਲ ਦੂਰ ਪਸੀਨ ਪਿੰਡ ਵਿੱਚ ਉਹਨਾਂ ਦਾ ਟਾਕਰਾ ਕਰਨ ਲਈ ਪਹੁੰਚ ਗਿਆ। ਦੋਵਾਂ ਧਿਰਾਂ ਦੀਆਂ ਫੌਜਾਂ 2 ਮਹੀਨੇ ਲਈ ਇੱਕ ਦੂਸਰੇ ਵਿਰੁੱਧ ਡਟੀਆਂ ਰਹੀਆਂ। ਜ਼ਿਆਦਾ ਸ਼ਰਾਬ ਪੀਣ ਕਰਕੇ ਸੰਘ ਦਾ ਨੇਤਾ ਗੁਲਾਬ ਸਿੰਘ ਭੰਗੀ ਮਰ ਗਿਆ ਅਤੇ ਉਹ ਸਾਰੇ ਚੁੱਪ-ਚਾਪ ਬਿਨਾਂ ਯੁੱਧ ਲੜੇ ਉੱਥੋਂ ਚਲੇ ਗਏ। ਪਸੀਨ ਦੇ ਜਿੱਤੇ ਨੇ ਰਣਜੀਤ ਸਿੰਘ ਦੀ ਸਥਿਤੀ ਨੂੰ ਪੰਜਾਬ ਦੇ ਪ੍ਰਮੁੱਖ ਸਰਦਾਰ ਵਜੋਂ ਸਥਾਪਿਤ ਕਰ ਦਿੱਤਾ ਅਤੇ ਲੋਕ ਉਸ ਵੱਲ ਵਹੀਰਾਂ ਕੱਤ ਕੇ ਆਉਣ ਲੱਗੇ। ਉਹ ਕਿਲ੍ਹੇ ਵਿੱਚ ਗੱਦੀ ਲਾ ਕੇ ਬੈਠਣ ਲੱਗਾ ਅਤੇ ਮੁਸੰਮਨ ਬੁਰਜ ਵਿੱਚ ਬਕਾਇਦਾ ਕਚਹਿਰੀ ਲਾਉਂਦਾ, ਜਿਵੇਂ ਮੁਗਲ ਹਾਕਮਾਂ ਅਤੇ ਸੂਬੇਦਾਰਾਂ ਦੇ ਸਮੇਂ ਦਾ ਰਿਵਾਜ ਸੀ। ਉਸਨੇ ਨਵੇਂ ਪ੍ਰਤਿਭਾਵਾਨ ਵਿਅਕਤੀਆਂ ਨੂੰ ਭਰਤੀ ਕੀਤਾ ਅਤੇ ਆਪਣੇ ਅਧੀਨ ਇਲਾਕੇ ਦੇ ਮਾਲ ਅਤੇ ਨਿਆਂ ਪ੍ਰਬੰਧ ਦੀ ਪੁਨਰ ਵਿਉਂਤ ਕੀਤੀ। ਉਹਦੀ ਸੇਵਾ ਵਿੱਚ ਸਭ ਤੋਂ ਪਹਿਲਾਂ 3 ਬੁਖਾਰੀ ਭਰਾ ਆਏ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਅਜੀਜ਼ੁਦੀਨ ਸੀ। ਉਹ ਮਹਾਰਾਜੇ ਦਾ ਨਿਕਵਰਤੀ ਮਿੱਤਰ ਅਤੇ ਸਲਾਹਕਾਰ ਬਣਿਆ ਅਤੇ ਮਗਰੋਂ ਮਹਾਰਾਜੇ ਦਾ ਵਿਦੇਸ਼ ਮੰਤਰੀ ਰਿਹਾ। ਫਤਿਹ ਸਿੰਘ ਆਹਲੂਵਾਲੀਆ, ਜਿਸ ਨਾਲ ਉੱਭਰੇ ਸਿਤਾਰੇ ਰਣਜੀਤ ਸਿੰਘ ਨੇ ਆਪਣੀ ਕਿਸਮਤ ਜੋੜ ਲਈ ਸੀ, ਉਸ ਦਾ ਸੈਨਿਕ ਮਾਮਲਿਆਂ ਵਿੱਚ ਸਲਾਹਕਾਰ ਬਣਿਆ। ਲਾਹੌਰ ਦੇ ਮਾਮਲੇ ਦੇ ਨਿਪਟਾਰੇ ਪਿੱਛੋਂ ਰਣਜੀਤ ਸਿੰਘ ਨੇ ਜੰਮੂ ਦੇ ਰਾਜੇ ਵਿਰੁੱਧ ਇੱਕ ਮੁਹਿੰਮ ਦੀ ਅਗਵਾਈ ਕੀਤੀ, ਜਿਸ ਨੇ ਅਫਗਾਨਾਂ ਨੂੰ ਸਹਾਇਤਾ ਕਰਨ ਦਾ ਵਚਨ ਦਿੱਤਾ ਹੋਇਆ ਸੀ। ਪਹਾੜੀ ਇਲਾਕੇ ਨੂੰ ਜਾਂਦਿਆਂ ਰਸਤੇ ਵਿੱਚ ਉਸਨੇ ਵੈਰੋਵਾਲ, ਨਾਰੋਵਾਲ ਅਤੇ ਜੱਸੋਵਾਲ 'ਤੇ ਅਧਿਕਾਰ ਕੀਤਾ ਅਤੇ ਤੇਜ਼ੀ ਨਾਲ ਪੰਧ ਮੁਕਾ ਕੇ ਜੰਮੂ ਤੋਂ 4 ਮੀਲ ਉਰੇ ਰੁਕ ਗਿਆ। ਰਾਜੇ ਨੇ ਅਧੀਨਗੀ ਪ੍ਰਵਾਨ ਕਰ ਲਈ ਅਤੇ ਖਰਾਜ ਅਦਾ ਕੀਤਾ। ਜੰਮੂ ਤੋਂ ਪਿੱਛੋਂ ਰਣਜੀਤ ਸਿੰਘ ਨੇ ਗੁਜਰਾਤ ਵੱਲ ਧਿਆਨ ਦਿੱਤਾ। ਉਸ ਨੂੰ ਗੁਜਰਾਤ ਦਾ ਘੇਰਾ ਸਾਹਿਬ ਸਿੰਘ ਬੇਦੀ ਦੇ ਦਖਲ ਦੇਣ 'ਤੇ ਉਠਾਉਣਾ ਪਿਆ, ਪਰੰਤੂ ਉਸਨੇ ਅਕਾਲਗੜ੍ਹ ਦੇ ਮੁਖੀ ਦੀ ਜਾਗੀਰ ਜ਼ਬਤ ਕਰ ਲਈ, ਜਿਸ ਨੇ ਗੁਜਰਾਤ ਦੇ ਭੰਗੀ ਸਰਦਾਰ ਦੀ ਸਹਾਇਤਾ ਕੀਤੀ ਸੀ। ਸ਼ਾਹ ਜ਼ਮਾਨ 'ਤੇ ਅੰਗਰੇਜ਼ਾਂ ਵੱਲੋਂ ਸੰਕੇਤ। ਰਣਜੀਤ ਸਿੰਘ ਲਾਹੌਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਸ਼ਾਹ ਜ਼ਮਾਨ ਦਾ ਦੂਤ ਉਹਦੀ ਉਡੀਕ ਕਰ ਰਿਹਾ ਸੀ। ਉਸ ਨੂੰ ਇਹ ਜਾਣਕਾਰੀ ਮਿਲੀ ਕਿ ਭੰਗੀ ਸਰਦਾਰਾਂ ਸਣੇ ਪੰਜਾਬ ਦੇ ਕਈ ਸਰਦਾਰ ਸ਼ਾਹ ਜ਼ਮਾਨ ਨਾਲ ਪੱਤਰ ਵਿਹਾਰ ਕਰ ਰਹੇ ਸਨ
ਤੇ ਉਸ ਨੂੰ ਸਹਾਇਤਾ ਦਾ ਇਕਰਾਰ ਕਰ ਚੁੱਕੇ ਸਨ। ਰਣਜੀਤ ਸਿੰਘ ਨੇ ਜ਼ਮਾਨ ਦੇ ਤੋਹਫੇ ਤੇ ਸ਼ੁਭ ਕਾਮਨਾਵਾਂ ਪ੍ਰਾਪਤ ਕੀਤੀਆਂ ਤੇ ਵਧੀਆ ਤੇ ਕੀਮਤੀ ਤੋਹਫੇ ਹੋਰ ਖੁਸ਼ਾਮਦ ਭਰੀਆਂ ਸ਼ੁਭ ਕਾਮਨਾਵਾਂ ਦੇ ਕੇ ਦੂਤ ਨੂੰ ਵਿਦਾ ਕੀਤਾ। ਇਸ ਦਾ ਸਿੱਟਾ ਉਹ ਨਿਕਲਿਆ ਜਿਸ ਦੀ ਰਣਜੀਤ ਸਿੰਘ ਨੂੰ ਉਮੀਦ ਸੀ। ਜ਼ਮਾਨ ਨਾਲ ਸਪਸ਼ਟ ਗੱਠਜੋੜ ਦੀਆਂ ਖਬਰਾਂ ਨਾਲ ਉਸ ਦੇ ਵੈਰੀਆਂ ਵਿੱਚ ਨਿਰਾਸ਼ਤਾ ਫੈਲ ਗਈ, ਜਿਹੜੇ ਅਫਗਾਨ ਹਮਲੇ ਦੀ ਰਣਜੀਤ ਸਿੰਘ ਤੋਂ ਛੁਟਕਾਰਾ ਪਾਉਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਸਨ। ਇਸ ਦੀ ਅੰਗਰੇਜ਼ਾਂ ਨੂੰ ਬੜੀ ਚਿੰਤਾ ਹੋਈ। ਅਪ੍ਰੈਲ 1800 ਵਿੱਚ ਗਵਰਨਰ ਜਨਰਲ ਨੇ ਰਣਜੀਤ ਸਿੰਘ ਉੱਪਰ ਸ਼ਾਹ ਜ਼ਮਾਨ ਦੇ ਪ੍ਰਭਾਵ ਨੂੰ ਰੋਕਣ ਤੇ ਖਤਮ ਕਰਨ ਦਾ ਫੈਸਲਾ ਕੀਤਾ ਤੇ ਉਸ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਇੱਕ ਦੇਸੀ ਪ੍ਰਤੀਨਿਧ ਜੋ ਉਚਿਤ ਯੋਗਤਾ ਸੰਪੰਨ ਹੋਵੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਅਨੁਕੂਲ ਤੇ ਭਾਵਪੂਰਤ ਹਦਾਇਤਾਂ ਨਾਲ ਭੇਜਿਆ ਜਾਵੇ, ਜੋ ਸਿੱਖ ਸਰਦਾਰ ਉੱਪਰ ਇਹ ਪ੍ਰਭਾਵ ਪਾ ਸਕੇ ਕਿ ਉਹ ਸ਼ਾਹ ਜ਼ਮਾਨ ਦੀਆਂ ਸ਼ਰਤਾਂ ਸਾਹਮਣੇ ਝੁੱਕ ਕੇ ਆਪਣੇ ਲਈ ਤੇ ਆਪਣੀ ਕੌਮ ਲਈ ਬੜਾ ਭਾਰੀ ਖਤਰਾ ਸਹਿੜ ਲਵੇਗਾ। ਅੰਗਰੇਜ਼ਾਂ ਨੇ ਮੀਰ ਯੂਸਫ ਅਲੀ ਨੂੰ ਅਫਗਾਨਾਂ ਵਿਰੁੱਧ ਸਿੱਖਾਂ ਨੂੰ ਸਾਵਧਾਨ ਕਰਨ ਲਈ ਭੇਜਿਆ। ਮੀਰ ਮਾਲਵੇ ਦੇ ਸਰਦਾਰਾਂ ਨੂੰ ਮਿਲਿਆ। ਫਿਰ ਉਸਨੇ ਸਦਾ ਕੌਰ ਤੇ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ, ਕਿਉਂਕਿ ਉਸ ਕੋਲ ਬੇਕਾਰ ਮੁਫਤ ਦੀਆਂ ਨਸੀਹਤਾਂ ਤੇ ਸਲਾਹਾਂ ਤੋਂ ਬਿਨਾਂ ਦੇਣ ਲਈ ਕੁਝ ਵੀ ਨਹੀਂ ਸੀ। ਤੇ ਉਧਰ ਇਹ ਖਬਰਾਂ ਵੀ ਆ ਰਹੀਆਂ ਸਨ ਕਿ ਜ਼ਮਾਨ ਇੱਕ ਹੋਰ ਹਮਲਾ ਕਰਨ ਲਈ ਫੌਜਾਂ ਇਕੱਠੀਆਂ ਕਰ ਰਿਹਾ ਸੀ। ਇਸ ਲਈ ਸਿੱਖ ਸਰਦਾਰਾਂ ਨੇ ਅੰਗਰੇਜ਼ਾਂ ਦੇ ਸੰਕੇਤਾਂ ਨੂੰ ਸ਼ਿਸ਼ਟਾਚਾਰੀ ਖਬਰ ਜਾਂ ਸਨਕ ਸਮਝਿਆ। ਖੁਸ਼ਕਿਸਮਤੀ ਨਾਲ ਕਾਬਲ ਵਿਚਲੇ ਗ੍ਰਹਿ ਯੁੱਧ ਤੇ ਈਰਾਨੀਆਂ ਦੇ ਅਫਗਾਨਿਸਤਾਨ ਦੀ ਪੱਛਮੀ ਸੀਮਾ ਉੱਪਰ ਧਾਵੇ ਕਾਰਨ ਜ਼ਮਾਨ ਦੇ ਭਾਰਤ ਉੱਪਰ ਹਮਲੇ ਦਾ ਖਤਰਾ ਟਲ ਗਿਆ। ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਨੇ ਜਾਣ ਬੁੱਝ ਕੇ ਮਹਾਰਾਜੇ ਦੀ ਰਸਮੀ ਉਪਾਧੀ ਗ੍ਰਹਿਣ ਕਰਨ ਤੋਂ ਝਿਜਕ ਵਿਖਾਈ, ਕਿਉਂਕਿ ਉਹ ਕੋਈ ਵੀ ਅਜਿਹਾ ਕੰਮ ਕਰਨ ਤੋਂ ਬਚਣਾ ਚਾਹੁੰਦਾ ਸੀ ਜਿਸ ਨਾਲ ਦੂਸਰੇ ਸਰਦਾਰਾਂ ਨੂੰ ਉਹਦੇ ਵਿਰੁੱਧ ਸਾਜ਼ਿਸ਼ ਕਰਨ ਦਾ ਮੌਕਾ ਮਿਲੇ। ਹੌਲੀ ਹੌਲੀ ਉਸ ਨੂੰ ਇਹ ਅਹਿਸਾਸ ਹੋਇਆ ਕਿ ਰਸਮੀ ਤੌਰ ਤੇ ਇੱਕ ਪ੍ਰਮਾਣਿਕ ਹਕੀਕਤ ਨੂੰ ਸਵੀਕਾਰ ਕਰਨ ਤੇ ਗ੍ਰਹਿਣ ਕਰਨ ਦੇ ਲਾਭ ਸੰਪੰਤੀ ਸਰਦਾਰਾਂ ਦੀ ਵਿਰੋਧਤਾ ਪੈਦਾ ਕਰਨ ਦੇ ਖਤਰੇ ਨਾਲੋਂ ਕਿਤੇ ਜ਼ਿਆਦਾ ਹੋਣਗੇ। ਇਹ ਕਦਮ ਲੋਕਪ੍ਰਿਯ ਹੋਵੇਗਾ, ਕਿਉਂਕਿ ਉਹ ਸਦੀਆਂ ਤੋਂ ਆਪਣੀ ਸਰਕਾਰ ਤੇ ਆਪਣੇ ਬਾਦਸ਼ਾਹ ਤੋਂ ਵੰਚਿਤ ਰਹੇ ਹਨ। ਇਹ ਉਹਨਾਂ ਪੰਜਾਬੀਆਂ ਨੂੰ ਵੀ ਪ੍ਰੇਰਨਾ ਦੇਵੇਗਾ ਜੋ ਅਜੇ ਨਵੀਂ ਹੁਕੂਮਤ ਦੇ ਨਾਗਰਿਕ ਨਹੀਂ ਹਨ ਤੇ ਉਹ ਇੱਕ ਭਾਸ਼ਾ ਤੇ ਇੱਕ ਜੀਵਨ ਸ਼ੈਲੀ ਦੀ ਜ਼ਰੂਰਤ ਦਾ ਮਹੱਤਵ ਸਮਝ ਕੇ ਆਪਣੀ ਤਕਦੀਰ ਇਸ ਰਾਜ ਦੇ ਮੁਲਕ ਨਾਲ ਸੰਬੰਧਿਤ ਕਰ ਲੈਣਗੇ। ਗੁਆਂਢੀ ਤਾਕਤਾਂ ਜੋ ਪੰਜਾਬ ਉੱਪਰ ਲਾਲਚੀ ਨਜ਼ਰਾਂ ਲਾਈ ਬੈਠੀਆਂ ਸਨ, ਉਹਨਾਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਪੰਜਾਬੀ ਇੱਕ ਮੁੱਠ ਹਨ ਤੇ ਰਣਜੀਤ ਸਿੰਘ ਉਹਨਾਂ ਦਾ ਰਾਜਾ ਹੈ। ਪਹਿਲੀ ਵਿਸਾਖ 12 ਅਪ੍ਰੈਲ 1801 ਨੂੰ ਸਾਹਿਬ ਸਿੰਘ ਬੇਦੀ ਨੇ ਰਣਜੀਤ ਸਿੰਘ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਗਾਇਆ ਤੇ ਉਸ ਦੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਕਿਲੇ ਤੋਂ ਸ਼ਾਹੀ ਸਲਾਮੀ ਦਿੱਤੀ ਗਈ। ਦੁਪਹਿਰ ਸਮੇਂ ਨੌਜਵਾਨ ਮਹਾਰਾਜਾ ਹਾਥੀ ਦੀ ਸਵਾਰੀ ਕਰਕੇ ਆਪਣੀ ਪਰਜਾ ਦੇ ਖੁਸ਼ੀ ਵਿੱਚ ਝੂਮਦੇ ਹਜੂਮ ਉੱਪਰ ਸੋਨੇ ਚਾਂਦੀ ਦੇ ਸਿੱਕਿਆਂ ਦੀ ਸੋਟ ਕਰਦਾ ਰਿਹਾ। ਰਾਤ ਨੂੰ ਸ਼ਹਿਰ ਦੇ ਸਭ ਘਰਾਂ ਤੇ ਦੀਪਮਾਲਾ ਕੀਤੀ ਗਈ। ਰਣਜੀਤ ਸਿੰਘ ਦੀ ਰਾਜਸੀ ਸੂਝ ਦਾ ਪਤਾ ਉਸ ਵਿਚਕਾਰਲੇ ਮਾਰਗ ਨੂੰ ਅਪਣਾਉਣ ਤੋਂ ਲੱਗਦਾ ਹੈ, ਜਿਹੜਾ ਉਸਨੇ ਮਹਾਰਾਜਾ ਬਣਨ ਤੇ ਇੱਕ ਕਿਸਾਨ ਆਗੂ ਦੇ ਸਰਮੇਲ ਸਦਕੇ ਚੁਣਿਆ। ਭਾਵੇਂ ਉਸ ਨੂੰ ਪੰਜਾਬ ਦਾ ਮਹਾਰਾਜਾ ਐਲਾਨ ਕਰ ਦਿੱਤਾ ਗਿਆ ਸੀ, ਪਰ ਉਸਨੇ ਆਪਣੀ ਦਸਤਾਰ ਉੱਪਰ ਤਾਜ ਨਾ ਪਹਿਨਿਆ। ਉਸਨੇ ਤਖਤ ਤੇ ਬੈਠਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਪਹਿਲਾਂ ਵਾਂਗੀ ਕੁਰਸੀ ਤੇ ਚੌਂਕੜੀ ਮਾਰ ਕੇ ਦਰਬਾਰ ਲਾਉਂਦਾ ਰਿਹਾ, ਜਿਹੜੀ ਬਾਜੂ ਵਾਲੀ ਕੁਰਸੀ ਨਾਲੋਂ ਵਧੇਰੇ ਨਹਾਉਣ ਵਾਲੀ ਪਟੜੀ ਲੱਗਦੀ ਸੀ ਤੇ ਉਹ ਜ਼ਿਆਦਾ ਕਰਕੇ ਕਲੀਨ ਉੱਪਰ ਗੱਦੀ ਨਾਲ ਢੋ ਲਾ ਕੇ ਹੀ ਮੁਲਾਕਾਤੀਆਂ ਨੂੰ ਮਿਲਿਆ ਕਰਦਾ ਸੀ। ਉਸਨੇ ਨਵੇਂ ਸਿੱਕੇ ਜਾਰੀ ਕਰਨ ਦਾ ਹੁਕਮ ਦਿੱਤਾ। ਇਹਨਾਂ ਉੱਪਰ ਰਣਜੀਤ ਸਿੰਘ ਦੀ ਨਾ ਤਾਂ ਤਸਵੀਰ ਸੀ ਤੇ ਨਾ ਹੀ ਨਾਮ ਸੀ। ਸਿੱਕਿਆਂ ਉੱਪਰ ਨਾਨਕ ਦਾ ਨਾਮ ਸੀ। ਉਹਨਾਂ ਨੂੰ ਨਾਨਕਸ਼ਾਹੀ ਸਿੱਕੇ ਕਿਹਾ ਗਿਆ। ਇਸ ਤਰ੍ਹਾਂ ਸਰਕਾਰੀ ਮੋਹਰ ਉੱਪਰ ਵੀ ਉਸ ਦਾ ਨਾਮ ਨਹੀਂ ਸੀ। ਸਰਕਾਰ ਉਹਦੀ ਨਿੱਜੀ ਮਿਲਕ ਨਹੀਂ ਸੀ, ਸਗੋਂ ਇਹ ਤਾਂ ਸਰਕਾਰ ਖਾਲਸਾ ਜੀ ਸੀ, ਜੋ ਲੋਕਾਂ ਦੇ ਸਹਿਯੋਗ ਨਾਲ ਕਾਇਮ ਹੋਣੀ ਸੀ ਤੇ ਲੋਕਾਂ ਨੇ ਹੀ ਇਸ ਨੂੰ ਸਥਾਪਿਤ ਕੀਤਾ ਸੀ। ਇਸੇ ਕਾਰਨ ਦਰਬਾਰ ਨੂੰ ਵੀ ਦਰਬਾਰ ਖਾਲਸਾ ਜੀ ਕਿਹਾ ਜਾਂਦਾ ਸੀ। ਬਾਵਜੂਦ ਪ੍ਰਭਾਵਸ਼ਾਲੀ ਉਪਾਧੀਆਂ ਦੇ ਜੋ ਦਰਬਾਰ ਵਿੱਚ ਖੁਸ਼ਾਮਦੀ ਉਸ ਲਈ ਵਰਤਦੇ ਸਨ, ਉਹ ਸਿਰਫ ਸਿੱਧੇ ਸਾਦੇ ਸ਼ਬਦਾਂ ਵਿੱਚ ਸਿੰਘ ਸਾਹਿਬ ਕਹਿ ਕੇ ਬੁਲਾਏ ਜਾਣ ਨੂੰ ਚੰਗਾ ਸਮਝਦਾ ਸੀ। ਇਹ ਦਸਤੂਰ ਪੂਰਬੀ ਦੇਸ਼ਾਂ ਦੀ ਪ੍ਰਵਾਨਿਤ ਰਵਾਇਤਾਂ ਨਾਲੋਂ ਬਿਲਕੁਲ ਵੱਖਰਾ ਸੀ, ਜਿੱਥੇ ਸਮਰਾਟ ਨੂੰ ਵੱਧ ਤੋਂ ਵੱਧ ਲੋਕਾਂ ਨਾਲੋਂ ਅੱਡਰਾ ਰੱਖਣ ਦਾ ਸ਼ਿਸ਼ਟਾਚਾਰ ਸੀ। ਰਣਜੀਤ ਸਿੰਘ ਨਾ ਤਾਂ ਲੋਕਾਂ ਤੋਂ ਦੂਰ ਰਹਿਣਾ ਚਾਹੁੰਦਾ ਸੀ ਤੇ ਨਾ ਹੀ ਲੋਕਾਂ ਨਾਲੋਂ ਉਸ ਦਾ ਸੰਪਰਕ ਕਦੇ ਟੁੱਟਿਆ। ਪੰਜਾਬ ਦਾ ਮਹਾਰਾਜਾ ਦੀ ਉਪਾਧੀ ਧਾਰ ਕਰ ਲੈਣ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਉਹ ਹੁਣ ਕੇਵਲ ਸਾਰੇ ਸਿੱਖਾਂ ਦਾ ਹੀ ਸਰਵਉੱਚ ਨਹੀਂ ਸੀ। ਭਾਵ ਉਸ ਕੋਲ ਕੇਵਲ ਸਿੱਖਾਂ ਉੱਪਰ ਪ੍ਰਭੂਤਾ ਦੇ ਹੱਕ ਜਾਂ ਰਾਜ ਕਰਨ ਦੇ ਹੱਕ ਹੀ ਨਹੀਂ ਸਨ, ਕਿਉਂਕਿ ਉਹਦੀ ਸਰਕਾਰ ਖਾਲਸਾ ਜੀ ਸੀ, ਸਗੋਂ ਉਹ ਆਪਰਿਭਾਸ਼ਿਤ ਪੰਜਾਬ ਦੀਆਂ ਸੀਮਾਵਾਂ ਅੰਦਰ ਰਹਿੰਦੇ ਸਾਰੇ ਲੋਕਾਂ ਦਾ ਹੀ ਬਾਦਸ਼ਾਹ ਸੀ। ਇਸ ਉਪਾਧੀ ਨਾਲ ਉਸ ਨੂੰ ਉਹਨਾਂ ਸਭ ਇਲਾਕਿਆਂ ਤੋਂ ਖਰਾਜ ਪ੍ਰਾਪਤ ਕਰਨ ਦਾ ਕਾਨੂੰਨੀ ਹੱਕ ਮਿਲ ਗਿਆ, ਜੋ ਪਹਿਲਾਂ ਕਿਸੇ ਸਮੇਂ ਵੀ ਲਾਹੌਰ ਨੂੰ ਖਿਰਾਜ ਦਿਆ ਕਰਦੇ ਸਨ। ਜਿਹੜੇ ਜੰਮੂ ਕਸ਼ਮੀਰ ਰਾਜਪੂਤਾਂ ਦੀਆਂ ਪਹਾੜੀ ਰਿਆਸਤਾਂ ਮੁਲਤਾਨ, ਬਹਾਵਲਪੁਰ, ਡੇਰਾ ਇਸਮਾਈਲ ਖਾਂ, ਡੇਰਾ ਗਾਜ਼ੀ ਖਾਂ, ਮਨਕੋਰਾ ਤੇ ਹੋਰ ਸਭ ਇਲਾਕੇ ਇਹ ਉਸ ਨੂੰ ਖਰਾਜ ਅਦਾ ਵੀ ਕਰਨ ਤੇ ਲਾਹੌਰ ਦਰਬਾਰ ਦੀ ਅਧੀਨਗੀ ਵੀ ਕਬੂਲ ਕਰਨ। ਰਣਜੀਤ ਸਿੰਘ ਦੀ ਇਸ ਉਪਾਧੀ ਦਾ ਸਰੋਤ ਮੁਗਲ ਜਾਂ ਅਫਗਾਨ ਨਹੀਂ ਸਨ।
ਇਹ ਉਪਾਧੀ ਤਾਂ ਉਸਨੂੰ ਰਹੱਸਮਈ ਸ਼ਕਤੀ ਖਾਲਸਾ ਜੀ ਨੇ ਬਖਸ਼ੀ ਸੀ। ਉਹ ਕਿਸੇ ਦੁਨਿਆਵੀ ਤਾਕਤ ਨੂੰ ਸ੍ਰੇਸ਼ਟ ਨਹੀਂ ਮੰਨਦਾ ਸੀ। ਉਹ ਉਸ ਰਵਾਇਤੀ ਸ਼ਕਤੀ ਤੋਂ ਪ੍ਰੇਰਿਤ ਸੀ ਜੋ ਕਈ ਸਾਲਾਂ ਤੋਂ ਵਿਕਸਿਤ ਹੁੰਦੀ ਆ ਰਹੀ ਸੀ ਕਿ ਖਾਲਸਾ ਰਾਜ ਕਰੇਗਾ। ਸ਼ਾਇਦ ਉਸ ਦੀ ਚੋਣ ਗੁਰੂ ਨੇ ਆਪਣੀ ਅਬੋਧ ਵਿਉਂਤ ਦਾ ਹਥਿਆਰ ਬਣਾ ਕੇ ਆਪ ਕੀਤੀ ਸੀ। ਇਸ ਵਿਸ਼ਵਾਸ ਨਾਲ ਉਹ ਲੋਕਾਂ ਦੀ ਗਤੀਸ਼ੀਲ ਸ਼ਕਤੀ ਨੂੰ ਸੰਚਾਲਨ ਦੇ ਸਮਰੱਥ ਹੋਇਆ ਤੇ ਸ਼ੁੱਧ ਆਤਮਾ ਨਾਲ ਜਿੱਤਾਂ ਤੇ ਅਧਿਕਾਰ ਪ੍ਰਾਪਤੀ ਦੇ ਮਾਰਗ ਤੇ ਤੁਰ ਪਿਆ। ਆਪਣੀ ਤਾਜਪੋਸ਼ੀ ਤੋਂ ਤੁਰਤ ਮਗਰੋਂ ਰਣਜੀਤ ਸਿੰਘ ਨੇ ਨਾਕਾਬੰਦੀਆਂ ਕਾਰਨ ਦੇਸ਼ ਦੇ ਟੁੱਟ ਚੁੱਕੇ ਦਰਵਾਜ਼ਿਆਂ ਤੇ ਦੀਵਾਰਾਂ ਦੀ ਮੁਰੰਮਤ ਕਰਵਾਈ ਤੇ ਭੰਗੀਆਂ ਦੇ ਕੋਈ ਸ਼ਾਸਨ ਸਮੇਂ ਬਹੁਤ ਜ਼ਿਆਦਾ ਵੱਧ ਚੁੱਕੇ ਜੁਰਮਾਂ ਦੀ ਰੋਕਥਾਮ ਲਈ ਉਸਨੇ ਮਹੱਤਵਪੂਰਨ ਟਿਕਾਣਿਆਂ ਉੱਪਰ ਰੱਖਿਆ ਦਲ ਨਿਯੁਕਤ ਕੀਤੇ। ਸ਼ਹਿਰ ਨੂੰ ਵੱਖ-ਵੱਖ ਮੁਹੱਲਿਆਂ ਵਿੱਚ ਚੌਧਰੀਆਂ ਦੇ ਅਧੀਨ ਵੰਡ ਦਿੱਤਾ ਗਿਆ ਜੋ ਅਮਨ ਤੇ ਕਾਨੂੰਨ ਦੀ ਰੱਖਿਆ ਲਈ ਜ਼ਿੰਮੇਵਾਰ ਹੁੰਦੇ ਸਨ ਤੇ ਜ਼ਰੂਰਤ ਪੈਣ ਤੇ ਪੁਲਿਸ ਦੀ ਸਹਾਇਤਾ ਲੈ ਸਕਦੇ ਸਨ। ਉਸਨੇ ਸ਼ਹਿਰ ਵਿੱਚ ਨਿਆਂ ਵਿਵਸਥਾ ਦਾ ਵੀ ਨਵੇਂ ਸਿਰਿਓਂ ਪ੍ਰਬੰਧ ਕੀਤਾ ਕਿਉਂਕਿ ਸ਼ਹਿਰ ਦੀ ਵਧੇਰੇ ਵਸੋਂ ਮੁਸਲਮਾਨਾਂ ਦੀ ਸੀ। ਇਸ ਲਈ ਉਸਨੇ ਮੁਸਲਮਾਨਾਂ ਲਈ ਕਾਜ਼ੀਆਂ ਅਧੀਨ ਅਦਾਲਤਾਂ ਕਾਇਮ ਕੀਤੀਆਂ ਜੋ ਸ਼ਰਅ ਦੇ ਕਾਨੂੰਨ ਅਨੁਸਾਰ ਨਿਆਂ ਦਾ ਪ੍ਰਬੰਧ ਕਰਦੇ ਸਨ। ਪਰ ਜਿਹੜੇ ਮੁਸਲਮਾਨ ਹਿੰਦੂਆਂ ਤੇ ਸਿੱਖਾਂ ਵਾਂਗ ਆਪਣੇ ਜ਼ਿਲ੍ਹੇ ਜਾਂ ਜਾਤੀ ਦੇ ਪ੍ਰਚਲਿਤ ਤੇ ਰਿਵਾਜ ਦੇ ਕਾਨੂੰਨਾਂ ਨੂੰ ਤਰਜੀਹ ਦਿੰਦੇ ਸਨ, ਉਹਨਾਂ ਲਈ ਸਰਕਾਰ ਵੱਲੋਂ ਨਿਆਂ ਅਧਿਕਾਰੀ ਭਾਵ ਜੱਜਾਂ ਅਧੀਨ ਵੱਖਰੀਆਂ ਅਦਾਲਤਾਂ ਹੁੰਦੀਆਂ ਸਨ। ਰਣਜੀਤ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਦਵਾਖਾਨੇ ਖੋਲ੍ਹੇ ਹੋਏ ਸਨ ਜਿੱਥੇ ਯੂਨਾਨੀ ਦਵਾ ਮੁਫਤ ਦਿੱਤੀ ਜਾਂਦੀ ਸੀ। ਫਕੀਰ ਅਜੀਜ਼-ਉਦ-ਦੀਨ ਦੇ ਭਰਾ ਨੂਰੁਦ-ਦੀਨ ਨੂੰ ਮੁੱਖ ਮੈਡੀਕਲ ਯਾਨੀ ਸਿਹਤ ਅਧਿਕਾਰੀ ਨਿਯੁਕਤ ਕੀਤਾ ਗਿਆ। ਰਣਜੀਤ ਸਿੰਘ ਨੇ ਮੁਗਲਾਂ ਦੇ ਸਮੇਂ ਤੋਂ ਪ੍ਰਚਲਿਤ ਖੇਤੀ ਜਾਂ ਮਾਲੀ ਦੇ ਪ੍ਰਬੰਧ ਵਿੱਚ ਕੋਈ ਤਬਦੀਲੀ ਨਾ ਕੀਤੀ। ਹਰ ਪਿੰਡ ਵਿੱਚ ਇੱਕ ਮੁਕੱਦਮ ਹੁੰਦਾ ਸੀ ਜੋ ਮਾਮਲਾ ਜਾਂ ਭੂਮੀ ਕਰ ਇਕੱਠਾ ਕਰਦਾ ਸੀ। ਕਈਆਂ ਪਿੰਡਾਂ ਤੇ ਆਧਾਰਿਤ ਹਲਕੇ ਨੂੰ ਭਾਲਕਾ ਜਾਂ ਟੱਪਾ ਕਿਹਾ ਜਾਂਦਾ ਸੀ ਜੋ ਚੌਧਰੀ ਦੇ ਅਧੀਨ ਹੁੰਦਾ ਸੀ। ਇਹਨਾਂ ਤੋਂ ਬਿਨਾਂ ਮਾਲ ਮਹਿਕਮੇ ਦੇ ਦਸਤਾਵੇਜ਼ਾਂ ਦੀ ਸੰਭਾਲ ਲਈ ਕਾਨੂੰਨਗੋ ਹੁੰਦੇ ਸਨ। ਮਾਲ ਅਧਿਕਾਰੀ ਆਪਣੇ ਸੰਬੰਧਿਤ ਪਿੰਡਾਂ ਜਾਂ ਹਲਕਿਆਂ ਵਿੱਚ ਜ਼ਮੀਨ ਦੇ ਖੁਦ ਮਾਲਕ ਵੀ ਹੁੰਦੇ ਸਨ ਤੇ ਉਹਨਾਂ ਨੂੰ ਮਾਮਲਾ ਉਗਰਾਉਣ ਬਦਲੇ ਉਹਨਾਂ ਦੀ ਜ਼ਮੀਨ ਦੇ ਮਾਮਲੇ ਵਿੱਚ ਛੋਟ ਦਿੱਤੀ ਜਾਂਦੀ ਸੀ। ਜ਼ਮੀਨ ਦਾ ਮਾਲੀਆ ਸਿੱਧਾ ਕਾਸ਼ਤਕਾਰ ਯਾਨੀ ਕਿਸਾਨ ਤੋਂ ਹੀ ਉਗਰਾਇਆ ਜਾਂਦਾ ਸੀ। ਅਦਾਇਗੀ ਦੀ ਰਕਮ ਤੇ ਢੰਗ ਭਿੰਨ-ਭਿੰਨ ਸਨ ਪਰ ਇਹ ਖਿਆਲ ਰੱਖਿਆ ਜਾਂਦਾ ਸੀ ਕਿ ਸਭ ਸਿੱਧੇ ਤੇ ਅਸਿੱਧੇ, ਸਥਾਈ ਤੇ ਗੈਰ ਅਸਥਾਈ, ਨਿਯਮਤ ਤੇ ਅਨਿਯਮਿਤ ਕਰ ਜਿਵੇਂ ਚਾਰਾ, ਲੱਕੜੀ, ਫਲ, ਅੰਡੇ, ਮੁਰਗੇ ਜੋ ਦੌਰੇ ਤੇ ਜਾਣ ਸਮੇਂ ਅਫਸਰਾਂ ਨੂੰ ਦਿੱਤੇ ਜਾਂਦੇ ਸਨ ਤੇ ਇਸ ਨੂੰ ਮਲਬਾ ਕਿਹਾ ਜਾਂਦਾ ਸੀ। ਸਮਿਤੀ ਕਰ ਭਾਵ ਜਗੀਰਦਾਰਾਂ ਦੀਆਂ ਦੇਣਦਾਰੀਆਂ ਜਾਂ ਹੱਕ ਜੋ ਸਥਾਨਕ ਸਰਦਾਰ, ਰਾਜੇ ਜਾਂ ਸ਼ਾਹੀ ਪਰਿਵਾਰ ਦੇ ਸਦਸਬੀਆਂ ਨੂੰ ਵਿਆਹਾਂ ਤੇ ਤਿਉਹਾਰਾਂ ਦੇ ਸਮੇਂ ਉਪਹਾਰਾਂ ਜਾਂ ਤੋਹਫਿਆਂ ਦੇ ਰੂਪ ਵਿੱਚ ਦਿੰਦੇ ਸਨ। ਕਿਸਾਨਾਂ ਦੀ ਅੱਧੀ ਫਸਲ ਦੇ ਮੁੱਲ ਤੋਂ ਨਾ ਵਧਣ ਜਿਸ ਦਾ ਅਨੁਮਾਨ ਖੜੀ ਫਸਲ ਜਾਂ ਫਸਲ ਵੱਢਣ ਮਗਰੋਂ ਲਾਇਆ ਜਾਂਦਾ ਸੀ। ਇਹ ਦਰ ਜ਼ਿਆਦਾ ਜਾਂ ਜ਼ਾਲਮਾਨਾ ਨਹੀਂ ਸਮਝੀ ਜਾਂਦੀ ਸੀ ਤੇ ਇਸ ਨਾਲ ਕਿਸਾਨ ਸਮਰਿੱਧ ਸਨ। ਜ਼ਮੀਨ ਦੀ ਮਾਲਕੀ ਦਾ ਹੱਕ ਜੋ ਅਸਲੀ ਕਾਸ਼ਤਕਾਰ ਨੂੰ ਹੀ ਮਿਲਦਾ ਹੁੰਦਾ ਸੀ ਉਹਦੇ ਵਰਗਾ ਹੀ ਮਹੱਤਵਪੂਰਨ ਹੱਕ ਖੂਹਾਂ ਬਾਰੇ ਵੀ ਹੁੰਦਾ ਸੀ। ਅਸਲੀਅਤ ਇਹ ਹੈ ਕਿ ਖੂਹ ਦੀ ਮਾਲਕੀ ਦੇ ਹੱਕ ਦਾ ਭਰੋਸੇਯੋਗ ਪ੍ਰਮਾਣ ਖੂਹ ਦੇ ਵਿੱਚ ਅੰਦਰ-ਬਾਹਰ ਲੱਗਾ ਸ਼ਿਲਾਲੇਖ ਹੁੰਦਾ ਸੀ ਤਾਂ ਜੋ ਇਹ ਖੰਡਿਤ ਹੋਣੋਂ ਬਚਿਆ ਰਹੇ। ਖੂਹ ਲਾਉਣ ਦਾ ਅਧਿਕਾਰ ਕਾਸ਼ਤਕਾਰਾਂ ਦਾ ਹੀ ਰਾਖਵਾਂ ਹੁੰਦਾ ਸੀ। ਜਿਹੜਾ ਜ਼ਮੀਨ ਦਾ ਮਾਲਕ ਆਪ ਜ਼ਮੀਨ ਦੀ ਕਾਸ਼ਤ ਨਹੀਂ ਕਰਦਾ ਸੀ ਜਾਂ ਨੌਕਰ ਰੱਖ ਕੇ ਨਹੀਂ ਕਰਦਾ ਸੀ ਉਸ ਦੀ ਮਾਲਕੀ ਨਾਮ ਮਾਤਰੀ ਹੁੰਦੀ ਸੀ। ਇਹ ਗੱਲ ਜਗੀਰਦਾਰ 'ਤੇ ਲਾਗੂ ਹੁੰਦੀ ਸੀ। ਉਹਦਾ ਮਾਮਲਾ ਉਗਰਾਉਣ ਦੇ ਹੱਕ ਨਾਲ ਉਹ ਉਸ ਜ਼ਮੀਨ ਦਾ ਮਾਲਕ ਨਹੀਂ ਬਣ ਜਾਂਦਾ ਸੀ ਜਿਸ ਜ਼ਮੀਨ ਦਾ ਮਾਮਲਾ ਉਹ ਉਗਰਾਉਂਦਾ ਸੀ। ਇਹ ਪ੍ਰਬੰਧ ਕਈ ਸਦੀਆਂ ਤੋਂ ਠੀਕ-ਠਾਕ ਚੱਲਦਾ ਰਿਹਾ ਸੀ ਤੇ ਰਣਜੀਤ ਸਿੰਘ ਨੂੰ ਉਸ ਦੀ ਤਬਦੀਲੀ ਕਰਨ ਦੀ ਕੋਈ ਜ਼ਰੂਰਤ ਮਹਿਸੂਸ ਨਾ ਹੋਈ। ਥੋੜ੍ਹੇ ਸਮੇਂ ਵਿੱਚ ਲਾਹੌਰ ਤੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੋ ਗਿਆ ਕਿ ਉਸ ਦਾ ਮਨੋਰਥ ਸਿੱਖ ਹਕੂਮਤ ਨਹੀਂ ਸਗੋਂ ਪੰਜਾਬੀ ਰਾਜ ਕਾਇਮ ਕਰਨਾ ਸੀ ਜਿਸ ਵਿੱਚ ਹਿੰਦੂ, ਮੁਸਲਮਾਨ ਤੇ ਸਿੱਖ ਕਾਨੂੰਨ ਦੇ ਸਾਹਮਣੇ ਬਰਾਬਰ ਹੋਣਗੇ, ਉਹਨਾਂ ਦੇ ਫਰਜ਼ ਤੇ ਹੱਕ ਇੱਕੋ ਜਿਹੇ ਹੋਣਗੇ। ਉਹ ਦੂਸਰੇ ਫਿਰਕਿਆਂ ਦੀਆਂ ਧਰਮ ਸੰਸਥਾਵਾਂ ਨੂੰ ਦਿਲੋਂ ਸਤਿਕਾਰ ਦਿੰਦਾ ਤੇ ਉਹਨਾਂ ਦੇ ਤਿਉਹਾਰਾਂ ਵਿੱਚ ਪੂਰੀ ਲਗਨ ਨਾਲ ਸ਼ਾਮਲ ਹੁੰਦਾ ਸੀ। ਦੁਸਹਿਰੇ ਸਮੇਂ ਉਹ ਸ਼ਸਤਰ ਪੂਜਾ ਦੀ ਰੀਤੀ ਨਿਭਾਉਂਦਾ ਸੀ ਜਿਵੇਂ ਹਿੰਦੂ ਰਾਜਪੂਤ ਕਰਦੇ ਸਨ ਤੇ ਉਹ ਫੌਜਾਂ ਵਿੱਚ ਨਕਲੀ ਲੜਾਈਆਂ ਦਾ ਪ੍ਰਬੰਧ ਵੀ ਰਾਮ ਰਾਵਣ ਦੇ ਯੁੱਧ ਦੀ ਯਾਦ ਵਿੱਚ ਤਿਉਹਾਰ ਬਣਾ ਕੇ ਕਰਿਆ ਕਰਦਾ ਸੀ। ਦੀਵਾਲੀ ਸਮੇਂ ਮਹਿਲਾਂ ਸਮੇਤ ਸਾਰੀਆਂ ਇਮਾਰਤਾਂ 'ਤੇ ਦੀਪਮਾਲਾ ਕੀਤੀ ਜਾਂਦੀ ਸੀ। ਹੋਲੀ ਸਮੇਂ ਉਹ ਭੀੜ ਭੜੱਕੇ ਵਿੱਚ ਆਪ ਗੁਲਾਲ ਦੇ ਧੂੜ ਨਾਲ ਇਸ ਤਰ੍ਹਾਂ ਖਰਮਸਤੀਆਂ ਕਰਦਾ ਸੀ ਜੋ ਬਾਦਸ਼ਾਹ ਦੇ ਦਰਜੇ ਦੇ ਅਨੁਕੂਲ ਨਹੀਂ ਹੁੰਦਾ ਸੀ। ਬਸੰਤ ਦੇ ਤਿਉਹਾਰ ਸਮੇਂ ਉਹ ਮੁਸਲਮਾਨ ਫਕੀਰਾਂ ਮਾਧੋ ਲਾਲ ਤੇ ਹੁਸੈਨ ਦੇ ਮਜ਼ਾਰਾਂ 'ਤੇ ਜਾਂਦਾ। ਵਿਸਾਖੀ ਤੇ ਅਮਾਵਸ ਦੇ ਮੌਕੇ ਉਹ ਆਪਣੇ ਸਹਿਧਰਮੀਆਂ ਨਾਲ ਅੰਮ੍ਰਿਤਸਰ ਜਾਂ ਤਰਨਤਾਰਨ ਦੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਜਾਂਦਾ। ਕਸੂਰ ਦੇ ਪਠਾਨਾਂ ਤੇ ਕਾਂਗੜੇ ਦੇ ਰਾਜਪੂਤਾਂ ਵਿਰੁੱਧ ਮੁਹਿੰਮਾਂ। ਰਣਜੀਤ ਸਿੰਘ ਨੇ ਅਫਗਾਨਾਂ ਦੇ ਸਹਿਯੋਗੀਆਂ ਕਸੂਰ ਦੇ ਨਿਜ਼ਾਮ-ਉਦ-ਦੀਨ ਅਤੇ ਸੰਸਾਰ ਚੰਦ ਦੀ ਸ਼ਕਤੀ ਘਟਾਉਣ ਨੂੰ ਪ੍ਰਾਥਮਿਕਤਾ ਦਿੱਤੀ। ਫਤਿਹ ਸਿੰਘ ਕਾਲਿਆਂਵਾਲਾ ਨੂੰ ਕਸੂਰ ਦੇ ਪਠਾਨਾਂ ਦਾ ਅੜਿੱਕਾ ਖਤਮ ਕਰਨ ਲਈ ਭੇਜਿਆ। ਉਸ ਨੇ ਨਿਜ਼ਾਮ-ਉਦ-ਦੀਨ ਨੂੰ ਭਾਰੀ ਨਜ਼ਰਾਨਾ ਦੇਣ ਲਈ ਤੇ ਰਣਜੀਤ ਸਿੰਘ ਨੂੰ ਆਪਣਾ ਸਰਵਉੱਚ ਹਾਕਮ ਮੰਨਣ 'ਤੇ ਮਜਬੂਰ ਕਰ ਦਿੱਤਾ।
ਸੰਸਾਰ ਚੰਦ ਨੇ ਸਦਾ ਕੌਰ ਦੇ ਕੁਝ ਪਿੰਡਾਂ ਤੇ ਅਧਿਕਾਰ ਕਰਕੇ ਆਪ ਮੁਸੀਬਤ ਮੁੱਲ ਲੈ ਲਈ। ਰਣਜੀਤ ਸਿੰਘ ਨੇ ਬਟਾਲੇ ਵੱਲ ਕੂਚ ਕੀਤਾ, ਜਿੱਤੇ ਹੋਏ ਪਿੰਡਾਂ ਤੇ ਮੁੜ ਕਬਜ਼ਾ ਕਰ ਲਿਆ ਤੇ ਕਾਂਗੜੇ ਦੇ ਕੁਝ ਇਲਾਕੇ ਨੂੰ ਨੂਰਪੁਰ ਤੇ ਨੌਸ਼ਹਿਰਾ ਦੇ ਸਮਰਿੱਧ ਸ਼ਹਿਰਾਂ ਸਮੇਤ ਆਪਣੇ ਅਧਿਕਾਰ ਵਿੱਚ ਲੈ ਲਿਆ। ਲਾਹੌਰ ਨੂੰ ਵਾਪਸ ਆਉਂਦਿਆਂ ਉਹ ਰਾਹ ਵਿੱਚ ਤਰਨਤਾਰਨ ਰੁਕਿਆ, ਜਿੱਥੇ ਉਸਨੇ ਫਤਿਹ ਸਿੰਘ ਆਹਲੂਵਾਲੀਆ ਨਾਲ ਪੱਗ ਵਟਾਈ, ਜੋ ਇਸ ਗੱਲ ਦਾ ਸੰਕੇਤ ਸੀ ਕਿ ਦੋਵੇਂ ਪੱਗ ਵਟ ਭਰਾ ਭਾਵ ਧਰਮ ਦੇ ਭਰਾ ਬਣ ਗਏ ਸਨ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਹੁੰ ਵੀ ਖਾਧੀ ਕਿ ਉਹ ਸਦਾ ਮਿੱਤਰ ਬਣੇ ਰਹਿਣਗੇ ਤੇ ਇੱਕ ਦੂਜੇ ਦੀ ਸਹਾਇਤਾ ਕਰਨਗੇ, ਤੇ ਇਸ ਤੋਂ ਬਾਅਦ ਉਹਨਾਂ ਦੇ ਦੋਸਤ ਦੁਸ਼ਮਣ ਸਾਂਝੇ ਹੀ ਹੋਣਗੇ ਤੇ ਉਹ ਇਕੱਠੇ ਹੀ ਮਿਲ ਕੇ ਜਿੱਤਾਂ ਪ੍ਰਾਪਤ ਕਰਨਗੇ। ਰਣਜੀਤ ਸਿੰਘ ਘੱਟੋ-ਘੱਟ ਹਰ ਜਿੱਤ ਮਗਰੋਂ ਇੱਕ ਪਰਗਣਾ ਉਸ ਨੂੰ ਪ੍ਰਬੰਧ ਲਈ ਦਿਆ ਕਰੇਗਾ। ਇਸ ਸੰਧੀ ਨਾਲ ਪੰਜਾਬ ਵਿੱਚ ਉਹਨਾਂ ਦਾ ਸੰਗਠਨ ਸਭ ਤੋਂ ਸ਼ਕਤੀਸ਼ਾਲੀ ਹੋ ਗਿਆ। ਉਸਨੇ ਬੇਦਖਲ ਕੀਤੇ ਹੋਏ ਸਰਦਾਰਾਂ ਪ੍ਰਤੀ ਦਇਆ ਤੇ ਕਿਰਪਾ ਦੀ ਨੀਤੀ ਅਪਣਾਈ। ਭਾਵੇਂ ਉਹਨਾਂ ਦੇ ਕਿਲੇ ਤੇ ਤੋਪਾਂ ਖੋਹ ਲਈਆਂ ਜਾਂਦੀਆਂ ਸਨ ਤੇ ਉਹਨਾਂ ਦੀ ਫੌਜ ਰਾਜ ਦੀ ਫੌਜ ਵਿੱਚ ਸ਼ਾਮਲ ਕਰ ਲਈ ਜਾਂਦੀ ਸੀ, ਪਰ ਉਹਨਾਂ ਦੇ ਪਰਿਵਾਰਾਂ ਦੇ ਨਿਰਵਾਹ ਲਈ ਜਗੀਰਾਂ ਦਿੱਤੀਆਂ ਜਾਂਦੀਆਂ ਸਨ। ਉਹਨਾਂ ਦੇ ਪੁੱਤਰਾਂ ਨੂੰ ਫੌਜ ਵਿੱਚ ਨੌਕਰੀ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਸੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦਾ ਮਨੋਰਥ ਨਿੱਜੀ ਸਮਰਿੱਧੀ ਨਹੀਂ, ਸਗੋਂ ਪੰਜਾਬ ਦੀ ਏਕਤਾ ਸੀ, ਕਿਉਂਕਿ ਖੋਏ ਹੋਏ ਇਲਾਕੇ ਸਦਾ ਹੀ ਅਜਿਹੇ ਵਫਾਦਾਰ ਸਰਦਾਰਾਂ ਨੂੰ ਸੌਂਪ ਦਿੱਤੇ ਜਾਂਦੇ ਸਨ ਜੋ ਰਾਜ ਲਈ ਫੌਜਾਂ ਦਿੰਦੇ ਸਨ ਤੇ ਫੌਜ ਦੇ ਖਰਚੇ ਲਈ ਉਹਦਾ ਜਗੀਰ ਤੋਂ ਕੋਈ ਨਫਾ ਕਮਾਉਣ ਦਾ ਇਰਾਦਾ ਨਹੀਂ ਹੁੰਦਾ ਸੀ। ਰਣਜੀਤ ਸਿੰਘ ਤੇ ਫਤਿਹ ਸਿੰਘ ਆਹਲੂਵਾਲੀਆ ਨੇ ਉੱਤਰ ਪੱਛਮ ਵੱਲ ਚੜ੍ਹਾਈ ਕੀਤੀ ਤੇ ਪਿੰਡੀ ਭਟੀਆ, ਪੋਠੋਹਾਰ ਤੇ ਚਨਿਓਟ ਮੁਸਲਮਾਨ ਸਰਦਾਰਾਂ ਤੋਂ ਖੋਲੇ। ਲਾਹੌਰ ਚੋਂ ਬਾਹਰ ਰਹਿਣ ਸਮੇਂ ਕਸੂਰ ਦੇ ਨਿਜ਼ਾਮੁਦੀਨ ਨੇ ਰਾਜਧਾਨੀ ਦੇ ਕੁਝ ਨੇੜਲੇ ਪਿੰਡ ਲੁੱਟ ਲਏ। ਮਹਾਰਾਜਾ ਕਾਲੀ ਕਾਲੀ ਦੱਖਣ ਵੱਲ ਮੁੜ ਆਇਆ ਤੇ ਲਾਹੌਰ ਰੁਕੇ ਬਿਨਾਂ ਹੀ ਕਸੂਰ ਪਹੁੰਚ ਗਿਆ। ਕਸੂਰ ਦੇ ਕਿਲੇ ਤੇ ਉਸ ਸਮੇਂ ਤੱਕ ਭਾਰੀਆਂ ਤੋਪਾਂ ਨਾਲ ਗੋਲੇ ਭਰਾਏ ਗਏ। ਜਦ ਤੱਕ ਨਿਜ਼ਾਮੁਦੀਨ ਨੇ ਹਥਿਆਰ ਨਾ ਸੁੱਟ ਦਿੱਤੇ, ਉਸ ਨੂੰ ਮਹਾਰਾਜੇ ਨੇ ਫਿਰ ਮਾਫ ਕਰ ਦਿੱਤਾ ਤੇ ਜਗੀਰ ਵੀ ਉਸ ਕੋਲ ਰਹਿਣ ਦਿੱਤੀ। ਮਹਾਰਾਜਾ ਹਿੰਦੂਆਂ ਤੇ ਸਿੱਖਾਂ ਦੇ ਮੁਕਾਬਲੇ ਮੁਸਲਮਾਨ ਹਾਕਮਾਂ ਪ੍ਰਤੀ ਵਧੇਰੇ ਲਿਹਾਜ਼ਦਾਰ ਤੇ ਸੁਚੇਤ ਸੀ। ਉਸ ਦਾ ਨਿਜ਼ਾਮੁਦੀਨ ਨਾਲ ਵਰਤਾਓ ਮਹਾਰਾਜੇ ਦੀ ਸਖਾਵਤ ਤੇ ਖੁੱਲ੍ਹਦਿਲੀ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਨੂੰ ਮਹਾਰਾਜੇ ਨੇ ਕਈ ਵਾਰ ਹਰਾਇਆ। ਮੁਲਤਾਨ ਅਬਦਾਲੀ ਵੱਲੋਂ ਜਿੱਤੇ ਜਾਣ ਤੋਂ ਪਹਿਲਾਂ ਪੰਜਾਬ ਦਾ ਹੀ ਪਰਗਣਾ ਜਾਣੀ ਜ਼ਿਲ੍ਹਾ ਸੀ। ਇਸ ਨੂੰ ਭੰਗੀਆਂ ਨੇ ਜਿੱਤ ਲਿਆ ਸੀ, ਪਰ ਲੋਕਾਂ ਦੀ ਭਲਾਈ ਪ੍ਰਤੀ ਉਹਨਾਂ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਲੋਕਾਂ ਵਿੱਚ ਸਿੱਖਾਂ ਬਾਰੇ ਵਿਰੋਧ ਤੇ ਦੁਸ਼ਮਣੀ ਦੀ ਭਾਵਨਾ ਪੈਦਾ ਹੋ ਗਈ ਸੀ ਤੇ ਉਹਨਾਂ ਵਿੱਚ ਸਿੱਖ ਅਗਵਾਈ ਵਿੱਚ ਕਾਇਮ ਹੋ ਰਹੇ ਪੰਜਾਬੀ ਰਾਜ ਤੋਂ ਵੱਖ ਰਹਿਣ ਦੀ ਭਾਵਨਾ ਵੱਧ ਰਹੀ ਸੀ। ਭੰਗੀਆਂ ਨੇ ਮੁਜ਼ੱਫਰ ਖਾਨ ਦੇ ਪਰਿਵਾਰ ਨੂੰ ਉੱਥੋਂ ਕੱਢ ਦਿੱਤਾ ਸੀ। ਮੁਲਤਾਨੀਆਂ ਦੀ ਹੱਠ ਧਰਮੀ ਤੇ ਮਹਾਰਾਜੇ ਵੱਲੋਂ ਇਤਨੇ ਸ਼ਕਤੀਸ਼ਾਲੀ ਕਿਲੇ ਨੂੰ ਘੇਰਾ ਪਾਉਣ ਤੇ ਉਸ ਖੇਤਰ ਵਿੱਚ ਵਿਰੋਧੀ ਮੁਸਲਮਾਨ ਕਬੀਲਿਆਂ ਦੇ ਸੰਗਠਨ ਦਾ ਟਾਕਰਾ ਕਰਨ ਦੀ ਅਸਮਰੱਥਾ ਦੇ ਬਾਵਜੂਦ ਰਣਜੀਤ ਸਿੰਘ ਨੇ ਮੁਲਤਾਨ ਨੂੰ ਆਪਣੇ ਅਧੀਨ ਕਰ ਲੈਣ ਦੀ ਇੱਛਾ ਦਾ ਐਲਾਨ ਕਰ ਦਿੱਤਾ। ਰਣਜੀਤ ਸਿੰਘ ਨੇ ਨਵਾਬ ਮੁਜ਼ੱਫਰ ਖਾਨ ਵੱਲੋਂ ਭਰਤੀ ਕੀਤਾ ਕਿਸਾਨੀ ਦਾ ਹਜੂਮ ਖਿੰਡਾ ਪੁੰਡਾ ਦਿੱਤਾ ਤੇ ਸ਼ਹਿਰ ਉੱਪਰ ਕੇਂਦਰ ਵਿੱਚ ਸਥਿਤ ਵਿਸ਼ਾਲ ਕਿਲੇ ਤੋਂ ਬਿਨਾਂ ਬਾਕੀ ਹਰ ਥਾਂ ਅਧਿਕਾਰ ਕਰ ਲਿਆ। ਮੁਜ਼ੱਫਰ ਖਾਨ ਨੇ ਲੜਾਈ ਦਾ ਹਰਜਾਨਾ ਦੇ ਕੇ ਖਰਾਜ ਕਾਬਲ ਨੂੰ ਦੇਣ ਦੀ ਥਾਂ ਲਾਹੌਰ ਨੂੰ ਅਦਾ ਕਰਨ ਦੀ ਸਹਿਮਤੀ ਦੇ ਕੇ ਅਧੀਨਗੀ ਪ੍ਰਵਾਨ ਕਰ ਲਈ। ਅੰਮ੍ਰਿਤਸਰ ਦੀ ਜਿੱਤ। ਮੁਲਤਾਨ ਪਿੱਛੋਂ ਅੰਮ੍ਰਿਤਸਰ ਦੀ ਵਾਰੀ ਆ ਗਈ। ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਤਾਂ ਨਹੀਂ ਸੀ, ਪਰ ਵਪਾਰਕ ਤੌਰ ਤੇ ਇਹ ਸਾਰੇ ਪ੍ਰਾਂਤ ਦਾ ਸਭ ਤੋਂ ਉੱਘਾ ਸ਼ਹਿਰ ਸੀ। ਇਹ ਉੱਤਰੀ ਭਾਰਤ ਦਾ ਵਪਾਰਕ ਕੇਂਦਰ ਸੀ, ਜਿੱਥੇ ਕਾਫਲੇ ਮੱਧ ਏਸ਼ੀਆ ਤੋਂ ਵਸਤੂਆਂ ਲੈ ਕੇ ਆਉਂਦੇ ਤੇ ਉਹਨਾਂ ਦਾ ਵਟਾਂਦਰਾ ਹਿੰਦੁਸਤਾਨ ਵਿੱਚ ਤਿਆਰ ਹੁੰਦੀਆਂ ਵਸਤੂਆਂ ਨਾਲ ਕਰਦੇ ਸਨ। ਇਸ ਦੇ ਤੰਗ ਵਲਖਾਂ ਦੇ ਬਾਜ਼ਾਰਾਂ ਵਿੱਚ ਵਪਾਰਕ ਘਰਾਣੇ ਸਨ, ਜੋ ਹਰ ਕਿਸਮ ਦੀਆਂ ਕਲਪਨਾਯੋਗ ਵਸਤੂਆਂ ਦਾ ਵਪਾਰ ਕਰਦੇ ਸਨ, ਜਿਵੇਂ ਰੇਸ਼ਮ, ਮੱਲਮ, ਗਰਮ ਮਸਾਲੇ, ਚਾਹ, ਕੌਫੀ, ਖੱਲਾਂ, ਬੰਦੂਕਾਂ ਤੇ ਦੂਸਰੇ ਹਥਿਆਰ। ਧਨੀ ਵਪਾਰੀਆਂ ਕਾਰਨ ਇੱਥੇ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਣ ਵਾਲਿਆਂ ਦੇ ਧੰਦੇ ਵੀ ਵਿਕਸਿਤ ਹੋ ਗਏ ਸਨ। ਆਪਣੀ ਦੌਲਤ ਤੋਂ ਬਿਨਾਂ ਅੰਮ੍ਰਿਤਸਰ ਸਿੱਖਾਂ ਦੀਆਂ ਨਜ਼ਰਾਂ ਵਿੱਚ ਇੱਕ ਪਾਵਨ ਪਵਿੱਤਰ ਸ਼ਹਿਰ ਸੀ, ਜਿਸ ਵਿੱਚ ਖਾਲਸਾ ਪੰਥ ਦਾ ਆਗੂ ਤੇ ਪੰਜਾਬ ਦਾ ਮਹਾਰਾਜਾ ਬਣਨ ਦੀ ਤਾਂਘ ਸੀ। ਉਸ ਲਈ ਆਪਣੇ ਦਾਅਵੇ ਤੇ ਉਪਾਧੀ ਨੂੰ ਸਹੀ ਸਿੱਧ ਕਰਨ ਲਈ ਅੰਮ੍ਰਿਤਸਰ ਤੇ ਅਧਿਕਾਰ ਕਰਨਾ ਜ਼ਰੂਰੀ ਸੀ। ਅੰਮ੍ਰਿਤਸਰ 1 ਦਰਜਨ ਪਰਿਵਾਰਾਂ ਵਿੱਚ ਵੰਡਿਆ ਹੋਇਆ ਸੀ ਤੇ ਹਰ ਪਰਿਵਾਰ ਸ਼ਹਿਰ ਦੇ ਵੱਖ-ਵੱਖ ਭਾਗ ਦਾ ਮਾਲਕ ਸੀ। ਇਹਨਾਂ ਪਰਿਵਾਰਾਂ ਨੇ ਆਪਣੇ ਆਪਣੇ ਇਲਾਕੇ ਵਿੱਚ ਕੋਟ ਯਾਨੀ ਛੋਟੇ ਕਿਲੇ ਬਣਾਏ ਹੋਏ ਸਨ ਤੇ ਉਹਨਾਂ ਨੇ ਵਪਾਰੀਆਂ ਤੇ ਦੁਕਾਨਦਾਰਾਂ ਤੋਂ ਕਰ ਉਗਰਾਉਣ ਲਈ ਹਥਿਆਰਬੰਦ ਗੁਮਾਸ਼ਤੇ ਰੱਖੇ ਹੋਏ ਸਨ, ਜੋ ਜਿਤਨੀ ਵਾਰ ਸੰਭਵ ਹੁੰਦਾ ਉਹਨਾਂ ਨੂੰ ਜੁਰਮਾਨਾ ਲਾਉਂਦੇ ਤੇ ਉਗਰਾਹੀ ਕਰਦੇ। ਸ਼ਹਿਰ ਦੇ ਮੁਖੀਆਂ ਨੇ ਰਣਜੀਤ ਸਿੰਘ ਨੂੰ ਸ਼ਹਿਰ ਤੇ ਕਬਜ਼ਾ ਕਰ ਲੈਣ ਦੀ ਬੇਨਤੀ ਕੀਤੀ। ਉਸ ਨੂੰ ਜ਼ਿਆਦਾ ਪ੍ਰੇਰਨਾ ਦੇਣ ਦੀ ਲੋੜ ਹੀ ਨਹੀਂ ਸੀ। ਇੱਕੋ ਇੱਕ ਮਹੱਤਵਪੂਰਨ ਪਰਿਵਾਰ ਜਿਸ ਦੇ ਵਿਰੋਧ ਜਾਂ ਮੁਕਾਬਲਾ ਕਰਨ ਦੀ ਸੰਭਾਵਨਾ ਨਹੀਂ ਸੀ, ਉਹ ਉਸ ਭੰਗੀ ਸਰਦਾਰ ਦੀ ਵਿਧਵਾ ਦਾ ਸੀ, ਜੋ 3 ਸਾਲ ਪਹਿਲਾਂ ਭਸੀਨ ਦੇ ਅਸਥਾਨ ਤੇ ਸ਼ਰਾਬ ਪੀ ਕੇ ਮਰ ਗਿਆ ਸੀ। ਵਿਧਵਾ, ਜਿਸ ਨੂੰ ਰਾਮਗੜੀਆਂ ਦਾ ਸਮਰਥਨ ਪ੍ਰਾਪਤ ਸੀ, ਗੋਬਿੰਦਗੜ੍ਹ ਦੇ ਕਿਲੇ ਤੇ ਕਾਬਜ਼ ਸੀ। ਰਣਜੀਤ ਸਿੰਘ ਨੇ ਸ਼ਹਿਰ ਉੱਪਰ ਵਾਰੋ-ਵਾਰੀ ਸਰਦਾਰਾਂ ਤੇ ਜਿੱਤ ਪ੍ਰਾਪਤ ਕਰਕੇ ਵੱਖ-ਵੱਖ ਹਿੱਸਿਆਂ ਵਿੱਚ ਸ਼ਹਿਰ ਤੇ ਅਧਿਕਾਰ ਕੀਤਾ। ਰਾਮਗੜੀਆ ਨੇ ਵਿਧਵਾ ਦੀ ਸਹਾਇਤਾ ਨਾ ਕੀਤੀ ਤੇ ਉਸਨੇ ਕਿਲਾ ਆਪਣੇ ਲਈ ਤੇ ਆਪਣੇ ਪੁੱਤਰ ਲਈ ਜਗੀਰ ਲੈ ਕੇ ਸੌਂਪ ਦਿੱਤਾ।
ਗੋਬਿੰਦਗੜ੍ਹ ਇੱਕ ਵੱਡੀ ਪ੍ਰਾਪਤੀ ਸੀ। ਇਸ ਦੇ ਨਾਲ ਹੀ ਬਹੁਤ ਵੱਡੀ ਤੋਪ ਜ਼ਮਜ਼ਮਾ ਸਮੇਤ 5 ਤੋਪਾਂ ਮਿਲੀਆਂ। ਉਸ ਨੂੰ ਇੱਕ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਵੀ ਪ੍ਰਾਪਤ ਹੋ ਗਈਆਂ, ਜਿਸ ਨੂੰ ਉਸਨੇ ਆਪਣੀ ਸੇਵਾ ਵਿੱਚ ਲੈ ਲਿਆ। ਉਸਨੇ ਅੰਮ੍ਰਿਤਸਰ ਸ਼ਹਿਰ ਉੱਪਰ ਅਧਿਕਾਰ ਕਰਨ ਵਿੱਚ ਮਹਾਰਾਜਾ ਸਾਹਿਬ ਦੀ ਬਹੁਤ ਸਹਾਇਤਾ ਕੀਤੀ। ਮਹਾਰਾਜਾ ਦਾ ਸ਼ਹਿਰ ਵਿੱਚ ਧੂਮ ਧੜੱਕੇ ਨਾਲ ਸਵਾਗਤ ਕੀਤਾ ਗਿਆ। ਉਸਨੇ ਬਾਜ਼ਾਰਾਂ ਵਿੱਚ ਹਾਥੀ 'ਤੇ ਸਵਾਰ ਹੋ ਕੇ ਚੱਕਰ ਕੱਢਦੇ ਹੋਏ ਹਜੂਮ ਉੱਤੇ ਸਿੱਕਿਆਂ ਦਾ ਮੀਂਹ ਵਰਾਇਆ। ਉਸਨੇ ਹਰਮੰਦਰ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਉਸਨੇ ਹਰਮੰਦਰ ਦੀ ਪੱਥਰ ਨਾਲ ਪੁਨਰ ਉਸਾਰੀ ਤੇ ਸੋਨੇ ਦੇ ਪੱਤਰੇ ਲਾਉਣ ਲਈ ਵੱਡੀ ਰਕਮ ਅਨੁਦਾਨ ਵਜੋਂ ਭੇਟਾ ਕੀਤੀ। ਸੈਨਾ ਦਾ ਆਧੁਨਿਕੀਕਰਨ। ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜੇ ਦੇ ਨਾਮ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ ਤੇ ਅੰਗਰੇਜ਼ਾਂ ਅਧੀਨ ਭਾਰਤ ਭਰ ਵਿੱਚੋਂ ਲੋਕ ਨੌਕਰੀਆਂ ਕਰਨ ਲਈ ਉਹਦੀ ਛਤਰ ਛਾਇਆ ਲਈ ਵਹੀਰਾਂ ਕੱਤ ਕੇ ਆਉਣ ਲੱਗੇ। ਉਹਨਾਂ ਵਿੱਚ ਈਸਟ ਇੰਡੀਆ ਕੰਪਨੀ ਦੀਆਂ ਪਲਟਨਾਂ ਛੱਡ ਕੇ ਆਏ ਭਗੌੜੇ ਵੀ ਸਨ। ਉਹਨਾਂ ਦੀ ਮਹਾਰਾਜੇ ਸਾਹਮਣੇ ਪਰੇਡ ਕਰਾਈ ਗਈ ਤੇ ਉਸਨੇ ਪਹਿਲੀ ਵਾਰ ਸੈਨਿਕਾਂ ਨੂੰ ਕਦਮ ਨਾਲ ਕਦਮ ਮਿਲਾ ਕੇ ਆਮ ਆਦੇਸ਼ ਦੇ ਸ਼ਬਦਾਂ ਦੇ ਕਹਿਣ ਤੇ ਦਲਬੰਦੀ ਕਰਦਿਆਂ ਵੇਖਿਆ। ਉਸਨੇ ਇਹ ਭਾਂਪ ਲਿਆ ਕਿ ਅੰਗਰੇਜ਼ਾਂ ਵੱਲੋਂ ਵੱਡੀਆਂ ਤੇ ਵਧੇਰੇ ਚੰਗੀ ਤਰ੍ਹਾਂ ਹਥਿਆਰਬੰਦ ਫੌਜਾਂ ਉੱਪਰ ਜਿੱਤ ਦਾ ਭੇਦ ਉਹਨਾਂ ਦਾ ਵਧੀਆ ਅਨੁਸ਼ਾਸਨ ਸੀ। ਉਸਨੇ ਉਹਨਾਂ ਦੇ ਭਗੌੜਿਆਂ ਨੂੰ ਡਰਿਲ ਸਾਰਜੈਂਟ ਯਾਨੀ ਕਵੈਦ ਕਰਾਉਣ ਵਾਲੇ ਉਸਤਾਦ ਵਜੋਂ ਭਰਤੀ ਕਰ ਲਿਆ। ਉਸਨੇ ਨੌਜਵਾਨ ਪੰਜਾਬੀਆਂ ਦਾ ਇੱਕ ਦਲ ਸੀਮਾ ਤੋਂ ਪਾਰ ਕੰਪਨੀ ਦੀ ਨੌਕਰੀ ਵਿੱਚ ਭਰਤੀ ਹੋਣ ਲਈ ਤੇ ਜੋ ਕੁਝ ਅੰਗਰੇਜ਼ਾਂ ਤੋਂ ਸਿੱਖਿਆ ਜਾ ਸਕਦਾ ਸੀ ਸਿੱਖਣ ਲਈ ਭੇਜਿਆ। ਉਸ ਸਮੇਂ ਸਿੱਖ ਸੈਨਾ ਦੀ ਰੀੜ੍ਹ ਦੀ ਹੱਡੀ ਯਾਨੀ ਸ਼ਕਤੀ ਦਾ ਆਧਾਰ ਨੇਜੀਆਂ, ਤਲਵਾਰਾਂ ਤੇ ਬੰਦੂਕਾਂ ਨਾਲ ਲੈਸ ਘੋੜਸਵਾਰ ਹੀ ਸਨ। ਸਿੱਖ ਪਿਆਦਾ ਫੌਜ ਤੇ ਡਰਿਲ ਨੂੰ ਨਫ਼ਰਤ ਕਰਦੇ ਸਨ। ਉਹ ਕਦਮ ਨਾਲ ਕਦਮ ਮਿਲਾ ਕੇ ਕੀਤੀ ਜਾਂਦੀ ਡਰਿਲ ਨੂੰ ਰਕਸੇ ਲਲੂਆ ਯਾਨੀ ਮੂਰਖਾਂ ਦਾ ਨਾਚ ਕਹਿੰਦੇ ਸਨ। ਰਣਜੀਤ ਸਿੰਘ ਨੇ ਇਹਨਾਂ ਵਿਅੰਗ ਉਕਤੀਆਂ ਤੇ ਮਖੌਲਬਾਜ਼ੀਆਂ ਨੂੰ ਅਣਗੌਲਿਆਂ ਕਰ ਦਿੱਤਾ ਤੇ ਪੰਜਾਬੀ ਮੁਸਲਮਾਨਾਂ, ਹਿੰਦੁਸਤਾਨੀ, ਪੂਰਬੀ ਭਗੌੜਿਆਂ ਤੇ ਗੋਰਖਿਆਂ ਤੇ ਆਧਾਰਿਤ ਪਿਆਦਾ ਪਲਟਨਾਂ ਕਾਇਮ ਕੀਤੀਆਂ। ਇਹਨਾਂ ਨਵੇਂ ਪਿਆਦਾ ਸੈਨਿਕਾਂ ਨੂੰ ਲੜਾਈਆਂ ਲੜਦਿਆਂ ਵੇਖਣ ਪਿੱਛੋਂ ਸਿੱਖਾਂ ਨੇ ਪਿਆਦਾ ਫੌਜ ਦਾ ਵਿਰੋਧ ਛੱਡ ਦਿੱਤਾ ਤੇ ਪਿਆਦਾ ਫੌਜ ਵਿੱਚ ਭਰਤੀ ਹੋਣਾ ਸ਼ੁਰੂ ਕਰ ਦਿੱਤਾ। ਮਹਾਰਾਜੇ ਨੇ ਤੋਪਖਾਨੇ ਲਈ ਵੀ ਆਧੁਨਿਕ ਯੁੱਧ ਕਲਾ ਦੀ ਮਹੱਤਤਾ ਪਛਾਣ ਲਈ ਸੀ। ਉਸ ਦੇ ਤੋਪਖਾਨੇ ਦਾ ਪ੍ਰਬੰਧ ਮੁਸਲਮਾਨ ਤੋਪਚੀ ਕਰਦੇ ਸਨ, ਜਿਨ੍ਹਾਂ ਵਿੱਚ ਗੌਸ ਮੁਹੰਮਦ ਖਾਂ, ਮੀਆਂ ਗੌਸਾ ਤੇ ਮਗਰੋਂ ਸ਼ੇਖ ਅਲਾਈ ਬਖਸ਼ ਵਰਗੇ ਸ਼ਾਮਲ ਸਨ, ਜੋ ਸਭ ਤੋਂ ਵੱਡੇ ਅਹੁਦਿਆਂ 'ਤੇ ਪਹੁੰਚੇ। ਸਿੱਖਾਂ ਨੂੰ ਤੋਪਖਾਨੇ ਵਿੱਚ ਭਰਤੀ ਹੋਣ 'ਤੇ ਝਿਜਕ ਨਹੀਂ ਸੀ ਤੇ ਉਹ ਛੇਤੀ ਹੀ ਤੋਪਾਂ ਢਾਲਣ ਤੇ ਗੋਲੇ ਬਣਾਉਣ ਤੇ ਗੋਲਾ ਬਾਰੂਦ ਦੀ ਵਰਤੋਂ ਕਰਨਾ ਸਿੱਖ ਗਏ ਤੇ ਉਹ ਛੇਤੀ ਹੀ ਭਾਰਤ ਦੇ ਸਭ ਤੋਂ ਵੱਧ ਨਿਪੁੰਨ ਤੋਪਚੀ ਬਣ ਗਏ। ਮਹਾਰਾਜਾ ਨਵਿਆਂ ਰੰਗਰੂਟਾਂ ਵਿੱਚ ਨਿੱਜੀ ਦਿਲਚਸਪੀ ਲਿਆ ਕਰਦਾ ਸੀ ਤੇ ਉਹ ਬਕਾਇਦਾ ਦਿਨ ਦਾ ਬਹੁਤਾ ਸਮਾਂ ਉਹਨਾਂ ਦੀ ਡਰਿਲ ਤੇ ਤੋਪਾਂ ਦੇ ਅਭਿਆਸ ਦਾ ਨਿਰੀਖਣ ਕਰਨ ਵਿੱਚ ਲੰਘਾਉਂਦਾ। 9 ਮਹੀਨਿਆਂ ਦੀ ਸਖਤ ਸਿਖਲਾਈ ਪਿੱਛੋਂ ਰਾਜ ਦੀ ਨਵੀਂ ਸੈਨਾ ਮੁਹਿੰਮਾਂ ਲਈ ਤਿਆਰ ਸੀ। 1803 ਦੇ ਦੁਸਹਿਰੇ ਦੇ ਜਸ਼ਨਾਂ ਵਿੱਚ ਇਸ ਨਵੀਂ ਸੈਨਾ ਦੀ ਟੁਕੜੀ ਨੇ ਵੀ ਹਿੱਸਾ ਲਿਆ। ਦੁਸਹਿਰੇ ਮਗਰੋਂ ਮੁਹਿੰਮਾਂ 'ਤੇ ਜਾਣ ਦਾ ਮੌਸਮ ਆ ਗਿਆ। ਪਹਿਲਾਂ ਤਾਂ ਸੁਤੰਤਰ ਰਜਵਾੜਿਆਂ ਤੇ ਰਿਆਸਤਾਂ ਵਿੱਚ ਦੂਤ ਭੇਜੇ ਗਏ ਤੇ ਉਹਨਾਂ ਹਾਕਮਾਂ ਨੂੰ ਦਰਬਾਰ ਦੀ ਅਧੀਨਗੀ ਕਬੂਲ ਕਰ ਲੈਣ ਲਈ ਕਿਹਾ ਗਿਆ, ਜਿਨ੍ਹਾਂ ਨੇ ਇਹ ਪੇਸ਼ਕਸ਼ ਘਰੇਨਾ ਨਾਲ ਠੁਕਰਾ ਦਿੱਤੀ। ਉਹਨਾਂ ਵਿੱਚ ਝੰਗ ਦਾ ਅਹਿਮਦ ਖਾਨ ਸਿਆਲਵੀ ਸੀ। ਉਹ ਵਧੀਆ ਨਸਲ ਦੇ ਘੋੜਿਆਂ ਦਾ ਪਾਲਕ ਵੀ ਸੀ। ਨਵੀਂ ਸੁਸਿੱਖਿਅਤ ਫੌਜ ਨੂੰ ਝੰਗ ਉੱਪਰ ਅਧਿਕਾਰ ਕਰਨ ਵਿੱਚ ਕੋਈ ਔਕੜ ਨਾ ਆਈ। ਅਹਿਮਦ ਖਾਨ ਨੂੰ ਦੁਬਾਰਾ ਝੰਗ ਵਿੱਚ ਹੀ ਲਾਹੌਰ ਦੇ ਬਾਜ਼ ਗੁਜ਼ਾਰ ਯਾਨੀ ਅਧੀਨ ਰਾਜ ਵਜੋਂ ਬਹਾਲ ਕਰ ਦਿੱਤਾ ਗਿਆ। ਝੰਗ ਨੇੜੇ ਉੱਚਦੇ ਜ਼ਿਮੀਂਦਾਰਾਂ ਨੇ ਵੀ ਝੰਗ ਵਾਂਗੀ ਲਾਹੌਰ ਦਰਬਾਰ ਦੀ ਅਧੀਨਗੀ ਸਵੀਕਾਰ ਕਰ ਲਈ। ਉੱਤਰ ਪੱਛਮ ਦੀ ਮੁਹਿੰਮ ਦੇ ਅਨੁਭਵ ਬਾਰੇ ਅੰਮ੍ਰਿਤਸਰ ਵਿੱਚ ਵਿਚਾਰ ਕੀਤੀ ਗਈ। ਗੋਬਿੰਦਗੜ੍ਹ ਕਿਲ੍ਹੇ ਵਿੱਚ ਇੱਕ ਦਰਬਾਰ ਲਗਾ ਕੇ ਮਹਾਰਾਜੇ ਨੇ ਫੌਜ ਦੇ ਪੁਨਰਗਠਨ ਦਾ ਐਲਾਨ ਕੀਤਾ। ਫੌਜ ਨੂੰ 3 ਭਾਗਾਂ ਵਿੱਚ ਵੰਡਿਆ ਗਿਆ। ਪਹਿਲਾ ਭਾਗ, ਜੋ 13,000 ਆਦਮੀਆਂ ਤੇ ਆਧਾਰਿਤ ਸੀ, ਸਿੱਧਾ ਮਹਾਰਾਜੇ ਦੇ ਅਧੀਨ ਕਰ ਦਿੱਤਾ ਗਿਆ, ਜੋ ਸਦਾ ਹੀ ਮਹਾਰਾਜੇ ਦੀ ਸੇਵਾ ਵਿੱਚ ਉਹਦੇ ਅੰਗ ਸੰਗ ਤਿਆਰ ਬਰ ਤਿਆਰ ਰਹਿੰਦਾ ਸੀ। ਇਸ ਵਿੱਚ ਪਿਆਦਾ, ਘੋੜਸਵਾਰ, ਤੋਪਖਾਨਾ ਭਾਵ ਤਿੰਨੇ ਹੀ ਟੁਕੜੀਆਂ ਸ਼ਾਮਲ ਸਨ। ਘੋੜਸਵਾਰ ਸੈਨਾ ਸਮੁੱਚੀ ਸਿੱਖਾਂ ਉੱਪਰ ਆਧਾਰਿਤ ਹੁੰਦੀ ਸੀ ਤੇ ਇਹਦੇ ਵਿੱਚ ਹੀ ਉਹਦੇ ਚੋਟੀ ਦੇ ਜਰਨੈਲ ਹਰੀ ਸਿੰਘ ਨਲਵਾ, ਹੁਕਮਾ ਸਿੰਘ ਚਿਮਨੀ ਤੇ ਦੇਸਾ ਸਿੰਘ ਮਜੀਠੀਆ ਸਨ। ਪਿਆਦਾ ਫੌਜ ਹਿੰਦੂਆਂ ਤੇ ਮੁਸਲਮਾਨਾਂ ਦੀ ਮਿਲੀ ਜੁਲੀ ਸੀ ਤੇ ਵਿਰਲੇ ਟਾਵੇਂ ਘੱਟ ਗਿਣਤੀ ਵਿੱਚ ਸਿੱਖ ਵੀ ਸਨ। ਭਾਰੀ ਤੋਪਖਾਨਾ, ਜਿਸ ਵਿੱਚ ਜ਼ਿਆਦਾ ਮੁਸਲਮਾਨ ਹੀ ਸਨ, ਮੀਆਂ ਗੌਸਾ ਦੇ ਅਧੀਨ ਸੀ। ਦੂਸਰਾ ਭਾਗ, ਜੋ 10,000 ਸੈਨਿਕਾਂ ਦਾ ਸੀ, ਸਿੱਖ ਸਰਦਾਰਾਂ ਨੂੰ ਦਿੱਤੀਆਂ ਗਈਆਂ ਜਾਗੀਰਾਂ ਦੇ ਇਵਜ ਫੌਜੀ ਸੇਵਾ ਲਈ ਭਰਤੀ ਸੈਨਾ ਤੇ ਆਧਾਰਿਤ ਸੀ। ਉਹਨਾਂ ਲਈ ਤੁਰਤ ਇਤਲਾਹ ਤੇ ਹੀ ਪੂਰੀ ਤਰ੍ਹਾਂ ਸ਼ਸਤਰਬੱਧ ਫੌਜ ਭੇਜਣੀ ਜ਼ਰੂਰੀ ਹੁੰਦੀ ਸੀ। ਤੀਸਰਾ ਭਾਗ ਉਹਨਾਂ ਮਿਸਲਾਂ ਦੇ ਸੈਨਿਕਾਂ ਦਾ ਸੀ, ਜੋ ਰਣਜੀਤ ਸਿੰਘ ਦੀਆਂ ਮਿੱਤਰ ਤੇ ਸਹਿਯੋਗੀ ਸਨ, ਜਿਵੇਂ ਕਨਈਆ ਮਿਸਲ, ਨਿਕਈ ਤੇ ਕੁਝ ਹੋਰ। ਕੁੱਲ ਲੜਾਕੂ ਫੌਜ ਜੋ ਯੁੱਧ ਲਈ ਉਸ ਸਮੇਂ ਤਿਆਰ ਬਰ ਤਿਆਰ ਸੀ, ਉਸ ਦੀ ਗਿਣਤੀ 31,000 ਸੀ। ਪੁਨਰਗਠਨ ਨਾਲ ਮਹਾਰਾਜੇ ਨੂੰ ਫੌਜ ਦੀ ਸਹੀ ਤਸਵੀਰ ਪ੍ਰਾਪਤ ਹੋ ਗਈ। ਉਸ ਦੀ ਰਣ ਖੇਤਰ ਵਿੱਚ ਜ਼ਿੰਮੇਵਾਰੀ ਵੀ ਨਿਯਤ ਕਰ ਦਿੱਤੀ ਗਈ। ਜਦੋਂ ਇਹ ਕੁਝ ਹੋ ਗਿਆ ਤਾਂ ਰਣਜੀਤ ਸਿੰਘ ਨੇ ਡਰਿਲ, ਪੈਂਤੜੇਬਾਜ਼ੀ ਤੇ ਨਿਸ਼ਾਨੇਬਾਜ਼ੀ ਦੀ ਨਿਪੁੰਨਤਾ ਦੇ ਸਖਤ ਮਾਪਦੰਡ ਤੇ
ਪੱਧਰ ਨਿਸ਼ਚਿਤ ਕਰ ਦਿੱਤੇ। ਉਹ ਸੈਨਾ ਨਾਲ 3-4 ਘੰਟੇ ਬਤੀਤ ਕਰਦਾ ਤੇ ਕਦੇ ਹੀ ਕੋਈ ਦਿਨ ਲੰਘਦਾ ਸੀ ਜਦੋਂ ਉਹ ਤੋਪਚੀ ਜਾਂ ਘੋੜਸਵਾਰ ਨੂੰ ਵਧੀਆ ਪ੍ਰਦਰਸ਼ਨ ਜਾਂ ਕਾਰਗੁਜ਼ਾਰੀ ਲਈ ਇਨਾਮ ਨਾ ਦਿੰਦਾ, ਕਿਉਂਕਿ ਉਹ ਆਮ ਹੀ ਯੁੱਧਾਂ ਵਿੱਚ ਆਪ ਨਾਲ ਜਾਂਦਾ ਸੀ। ਉਹ ਵਿਅਕਤੀਗਤ ਬਹਾਦਰੀ ਦੇ ਕਾਰਨਾਮਿਆਂ ਬਦਲੇ ਜ਼ਮੀਨਾਂ, ਪੈਨਸ਼ਨਾਂ ਤੇ ਇਨਾਮ ਵੀ ਦਿੰਦਾ ਰਹਿੰਦਾ ਸੀ। ਬਾਕੀ ਅਗਲੇ ਕਾਂਡ 12 ਵਿੱਚ। ਧੰਨਵਾਦ।